जिला स्वास्थ्य अधिकारी डॉक्टर लखबीर सिंह की तरफ से दसूहा में सैंपल भरने दौरान दुकानदारों द्वारा किए गए विरोध का मामला चर्चाओं में है। इस मामले में मौके पर जहां दुकानदारों ने सैंपलिंग का विरोध किया, वहीं दुकानदारों ने डॉक्टर लखबीर को आगे से उन्हें बताकर आने की बात कही थी। सैंपलिंग दौरान दुकानदारों द्वारा डॉक्टर लखबीर से की गई बहसबाजी की वीडियो भी काफी वायरल हुई। मामले की जानकारी देते हुए डॉक्टर लखबीर सिंह ने बताया कि वह 6 माह में पहली बार दसूहा में सैंपलिंग करने गए थे तथा उन्हें किसी के साथ कोई ज्यादती नहीं की, फिर उनके साथ ऐसा व्यवहार करना कितना उचित है। डॉक्टर लखबीर ने कहा कि उन्हें अपनी चेयर से कोई प्यार नहीं तथा वे जनता की सेवा करते आए हैं और करते रहेंगे। इसके लिए वे जनता की सेहत से किसी प्रकार का समझौता नहीं होने देंगे। उन्होंने बताया कि उनके साथ दुर्व्यवहार करने वाले दुकानदारों के खिलाफ कार्रवाई हेतु पुलिस अधिकारियों को लिखा। परेशान है गाहक बाजार ਦੇ ਵਿੱਚ ਕੋਈ ਨਹੀਂ ਹੈਗਾ। ਹਾਂ ਜੇ ਤੁਸੀਂ ਸੈਂਪਲ ਲੈਣਾ ਅਸੀਂ ਤੁਹਾਨੂੰ ਸੈਂਪਲ ਆਪ ਦਿੰਦੇ ਆ, ਸੀਲ ਸੈਂਪਲ ਲੈ ਜਾਓ, ਕੰਪਨੀ ਦਾ ਲੈ ਜਾਓ। ਜੇ ਹੁਣ ਤੁਸੀਂ ਇੱਕ ਇੱਕ ਦੁਕਾਨ ਤੇ 5-5 4-4 ਸੈਂਪਲ ਭਰਨ ਲੋਗੇ ਤੇ ਉਹ ਤਾਂ ਅਸੀਂ ਮਰ ਜਾਾਂਗੇ ਸਾਰੇ। ਸਾਰਾ ਵਪਾਰੀ ਵਰਗ ਅੱਗੇ ਇੰਨਾ ਦੁਖੀ ਹੈ, ਸਾਰੇ ਡੋਕਰ ਅੱਗੇ ਭੱਜਣ ਨੂੰ ਫਿਰਦੇ ਦੁਕਾਨਾਂ ਤੋਂ। ਤੁਸੀਂ ਆਣਾ ਸਾਨੂੰ ਦੱਸ ਕੇ ਆਓ, ਸੈਂਪਲ ਲੈਣੇ ਅਸੀਂ ਤੁਹਾਨੂੰ ਸੈਂਪਲ ਲੈ ਦਿੰਦੇ ਬਾਜ਼ਾਰ ਦੇ ਵਿੱਚੋਂ ਜਿਹੜਾ ਸੈਂਪਲ ਕਹੋਗੇ ਲੈ ਦਿਆਂਗੇ। ਸਰ ਜੀ ਦੱਸ ਕੇ ਆਉਂਦਾ ਕੋਈ ਡਿਪਾਰਟਮੈਂਟ ਤਾਂ ਬੰਦਾ ਆਪਣੇ ਸੁਧਾਰ ਕਰ ਲੈਂਦਾ ਤਾਂ ਅਚਾਨਕ ਦੇ ਵਿੱਚ ਤਾਂ ਜਿਹੜੀ ਗਲਤ ਮੈਂ ਤੁਹਾਡੀ ਗੱਲ ਸਮਝਦਾ, ਵਪਾਰਮੈਂਟ ਦਾ ਸੁਧਾਰ ਹੋ ਜਾਂਦਾ, ਡਿਪਾਰਟਮੈਂਟ ਦਾ ਬੰਦਾ ਆਉਂਦਾ ਆ, ਪਰ ਸਾਨੂੰ ਕੋਈ ਨਾ ਕੋਈ ਹੋਣਾ ਤਾਂ ਚਾਹੀਦਾ। ਸਾਨੂੰ ਕੋਈ ਦਿੱਤਾ ਇਹਨਾਂ ਨੇ ਲੋਕਡਾਊਨ ਦੇ ਵਿੱਚ ਦੁਕਾਨਦਾਰਾਂ ਨੂੰ ਕੀ ਫੈਸਿਲਿਟੀ ਦਿੱਤੀ ਤੁਸੀਂ ਮੈਨੂੰ ਦੱਸੋ, ਕੀ ਮਿਲਿਆ ਸਾਨੂੰ ਕੁਛ ਇਹਦਾ ਲੋਕਡਾਊਨ ਦੇ ਵਿੱਚ? 2-2 ਮਹੀਨੇ ਦੁਕਾਨਾਂ ਬੰਦ ਰਹੀਆਂ, ਹੁਣ ਪਰੇਸ਼ਾਨੀ ਉਤੋਂ ਹੋ ਰਹੀ ਹੈ। ਪਰੇਸ਼ਾਨ ਅਸੀਂ ਕਿਸੇ ਨੂੰ ਨਹੀਂ ਮੈਂ ਡਾਕਟਰ ਸਾਹਿਬ ਮੈਂ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਆਰਾਮ ਨਾਲ ਗੱਲ ਮੈਂ ਆਰਾਮ ਨਾਲ ਕਰ ਰਿਹਾ ਜੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਸੈਂਪਲ ਲੈਣਾ ਮੈਂ ਤੁਹਾਨੂੰ ਸੀਲ ਦਾ ਭਰਾ ਦੇਣਾ। ਅਸੀਂ ਦੁਕਾਨ ਚੋਂ ਸੈਂਪਲ ਲੈਣ ਆਏ ਆ। ਮੈਂ ਇਦਾਂ ਨਹੀਂ ਦੁਕਾਨ ਚੋਂ ਸੈਂਪਲ ਦੇਣਾ ਜੀ, ਮੇਰੀ ਰਿਕਾਰਡਿੰਗ ਜਿੱਥੇ ਮਰਜ਼ੀ ਚੱਲ ਜਾਏ, ਮੈਨੂੰ ਕੋਈ ਪਰਵਾਹ ਨਹੀਂ ਹੈ ਇਸ ਚੀਜ਼ ਦੀ। ਮੈਂ ਇਦਾਂ ਨਹੀਂ ਸੈਂਪਲ ਦੇਣਾ ਕਿ ਤੁਸੀਂ ਨਜਾਇਜ਼ ਆ ਕੇ ਤੰਗ ਕਰੋ, ਫਿਰ 200 ਬੰਦੇ ਦਾ ਜੇ ਸਾਈਨ ਹੋ ਜਾਏਗਾ। ਤੁਸੀਂ ਇੱਕ ਚੀਜ਼ ਦੇਖੋ, ਮੈਂ ਡਾਕਟਰ ਸਾਹਿਬ ਪਲੀਜ਼, ਡਾਕਟਰ ਸਾਹਿਬ ਮੈਂ ਪਲੀਜ਼ ਤੁਸੀਂ ਮੇਰੀ ਗੱਲ ਸੁਣੋ, ਮੈਨੂੰ ਸੁਣਨਾ ਕਿ ਨਹੀਂ? ਮੈਨੂੰ ਸੁਣੋਗੇ? 100 ਰੁਪਏ ਦੀ ਰਜਿਸਟ੍ਰੇਸ਼ਨ ਉਹਨਾਂ ਨੇ ਬਣਾਈ ਹੋਈ ਹੈ, ਜਦ ਕਿ 100 ਰੁਪਏ ਰੇਹੜੀ ਵਾਲੇ ਵਾਸਤੇ ਹੈ। ਉਹ ਵਾਜਬ ਨਹੀਂ ਹੈਗਾ, ਜਸਟੀਫਾਈਡ ਨਹੀਂ ਹੈਗਾ। ਉਹ ਤੁਸੀਂ ਦੱਸੋਗਾ ਕੀ ਕਹਿਣਾ ਚਾਹੁੰਦੇ? ਕਿਹੜਾ ਲਿਆਓ ਲਾਇਸੈਂਸ ਲਾਇਸੈਂਸ ਜਿਹੜੇ ਸਾਰੇ ਦੇਖੋ ਮਾਜਨ ਸਾਹਿਬ ਇੱਥੇ ਆ ਕੇ ਸਾਰੇ ਬਣਾਏ ਸੀ ਆਪਾਂ ਸਾਰਿਆਂ ਦੇ ਲਾਇਸੈਂਸ, ਸਾਰੇ ਡਾਕਟਰ ਸਾਹਿਬ ਆ ਕੇ ਗਏ, ਡੀਐਚਓ ਸਾਹਿਬ ਪਿਛਲੇ ਬਣਾ ਕੇ ਗਏ ਸੀ, ਸਾਰੇ ਬਣੇ ਹੋਇਆ, ਸਾਰਿਆਂ ਦੇ ਬਣੇ ਹੋਇਆ। ਠੀਕ ਹੈ ਜੀ, 100 ਰੁਪਏ ਦਾ ਜਿਹੜਾ 100 ਰੁਪਏ ਦਾ ਬਣਿਆ, ਮੇਰੀ ਗੱਲ ਸੁਣੋ, ਤੁਸੀਂ ਕਹਿ ਦੋ ਅਸੀਂ ਬਣਾ ਲੈਂਦੇ ਆ, ਅਸੀਂ ਇਹ ਬਣਾ ਲੈਣੇ ਤੇ ਬਣਾ ਲਓ। ਅਸੀਂ ਸੈਂਪਲ ਨਾ ਭਰੋ ਪਲੀਜ਼, ਆਈ ਦੀ ਦਾੜੀ ਸੈਂਪਲ ਨਾ ਭਰੋ। ਕਿਉਂ? ਤੇ ਫਿਰ ਕਿਉਂ ਵਾਲੀ ਗੱਲ ਤਾਂ ਕਿਉਂ ਹੈ? ਸੈਂਪਲ ਤਾਂ ਸਰਕਾਰੀ ਡਿਊਟੀ ਹੈ, ਆਰਡਰ ਸਰਕਾਰੀ ਡਿਊਟੀ ਹੈ, ਫਿਰ ਮੇਰੀ ਵੀ ਸਰਕਾਰੀ ਡਿਊਟੀ ਹੈ ਜੀ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸ ਦੇਣਾ, ਜਿਹੜਾ ਸੈਂਪਲ ਭਰਨਾ ਉਹ ਭਰ ਲਓ, ਫਿਰ ਤੁਸੀਂ ਕੰਪਨੀ ਦਾ ਸੈਂਪਲ ਭਰ ਲਓ ਕੋਈ ਵੀ। ਅੱਗੇ ਦੇਖੋ ਦੁਨੀਆ ਔਖੀ ਕਿੰਨੀ ਹੈ। ਲਓ ਸਦੋ ਐਸਐਚਓ ਨੂੰ ਜਾ ਸਾਡੇ ਡਿਪਟੀ ਸਾਹਿਬ ਨੂੰ, ਕੋਈ ਗੱਲ ਨਹੀਂ ਇਦਾਂ ਦੀ, ਕੋਈ ਗੱਲ ਨਹੀਂ। ਮੈਨੂੰ ਸੋ ਯਾਰ ਮੈਸੇਜ ਪਾਤਾ ਸਾਰਿਆਂ ਨੂੰ, ਛੇਤੀ ਆਉਟ ਟਾਈਮ ਕਰੋ ਯਾਰ, ਬੰਦ ਕਰ ਦੋ ਸਾਰਾ ਸ਼ਹਿਰ। ਹੁਣੇ ਬੰਦ ਕਰ ਦਾਂਗਾ, 1 ਮਿੰਟ ਲੱਗੇਗਾ। ਕੀ ਅੱਗੇ ਇੱਥੇ ਮਾਰੇ ਫਿਰਦੇ ਆ, ਮੇਰੇ ਸਾਹਿਬ ਨਾਲ ਵੀ ਗੱਲ ਹੋ ਗਈ, ਤੁਸੀਂ ਅੱਗੇ ਉੱਥੇ ਪੱਪੂ ਦੇ ਵੀ ਭਰ ਕੇ ਆਇਓ। ਮੈਂ ਇੱਥੋਂ ਤੋਂ ਕੋਈ ਜਾਣ ਨਹੀਂ ਦੇਣਾ, ਤੁਹਾਨੂੰ ਮੈਂ ਦੱਸ ਦਿੱਤਾ ਸੈਂਟਰ। ਇੱਥੇ 100 ਬੰਦਾ ਹੁਣ ਇਕੱਠਾ ਹੋ ਜਾਣਾ, ਫਿਰ ਤੁਸੀਂ ਮੈਨੂੰ ਕਹਿਣਾ ਇਹ ਸਰਕਾਰੀ ਡਿਊਟੀ। ਮੈਂ ਕੋਈ ਸਰਕਾਰੀ ਨਹੀਂ, ਸਾਡਾ ਆਪਣਾ ਸਰਕਾਰ ਹੈਗੀ ਹੈ। ਉਹ ਬੰਦੇ ਮਰਨ ਦੇ ਆ, ਇੱਥੇ ਦੁਕਾਨਾਂ 'ਚ ਬੰਦੇ ਨਹੀਂ ਲੱਭਦੇ, ਇੰਨੇ ਦਿਨ ਲੋਕਡਾਊਨ ਹੋਇਆ ਰਿਹਾ, ਤੁਸੀਂ ਵਕਤ ਪਾਇਆ ਸ਼ਹਿਰ ਦੇ ਵਿੱਚ। ਕੋਈ ਅੱਜ ਤਾਂ ਐਂ ਪਹਿਲੀ ਵਾਰ ਬਿਲਕੁਲ ਮੈਂ ਸੈਂਪਲ ਨਹੀਂ ਕੋਈ ਜਾਣ ਦੇਣਾ, ਜਿਹਨੂੰ ਮਰਜ਼ੀ ਸਾਥੋਂ ਲੈ ਸਕਦਾ ਕਰੋ ਯਾਰ, ਉੱਥੇ ਕਾਲ ਕਰੋ ਸਾਰੇ ਵਪਾਰੀਆਂ ਨੂੰ। ਮੈਂ ਪਾਤਾ ਮੈਸੇਜ ਆ ਜਾਂਦੇ ਸਾਰੇ ਹੋਣੇ। ਕੋਈ ਸੈਂਪਲ ਨਹੀਂ ਦੇਣਾ ਪਿਆ, ਬਿਲਕੁਲ ਨਾ ਕੋਈ ਸਾਈਨ ਕਰਨੇ। ਇੱਕ ਤਾਂ ਜਿਹੜੇ ਪਹਿਲਾਂ ਮੁਸ਼ਕਲ ਆਈ ਹੁਸ਼ਿਆਰਪੁਰ, ਜਿਹੜਾ ਅਸੀਂ ਇੱਕ ਦੋਧੀ ਦਾ ਸੈਂਪਲ ਲਿਆ, ਉਹ ਜਗ ਜ਼ਾਹਰ ਹੈ। ਸਿਮਿਲਰਲੀ ਇੱਦਾਂ ਹੀ ਕੱਲ੍ਹ ਰੇਟ ਅਸੀਂ ਰੱਖਿਆ ਜਿਵੇਂ, ਅਤੇ ਮੈਨੂੰ ਇੱਦਾਂ ਲੱਗਦਾ ਵੀ ਜਿਨ੍ਹਾਂ ਲੋਕਾਂ ਕੋਲ ਕੋਈ ਚੀਜ਼ ਸ਼ੁੱਧ ਨਹੀਂ ਹੁੰਦੀ, ਅਡਲਟਰੇਟਡ ਹੁੰਦੀ ਹੈ, ਅਤੇ ਉਹ ਓਬਵੀਅਸਲੀ ਉਹਨੂੰ ਡਰ ਹੁੰਦਾ ਮੇਰਾ ਸੈਂਪਲ ਨਾ ਲਵੇ, ਅਤੇ ਉਹ ਰੌਲਾ ਰੱਪਾ ਪਾ ਕੇ ਝਗੜਾ ਕ੍ਰੀਏਟ ਕਰਕੇ ਕਿਸੇ ਤਰ੍ਹਾਂ ਸਾਨੂੰ ਭਜਾਉਣਾ ਚਾਹੁੰਦਾ ਵੀ ਇਹ ਭੱਜਣ। ਅਤੇ ਕੱਲ੍ਹ ਇੱਦਾਂ ਦੀ ਘਟਨਾ ਹੋਈ ਵੀ ਜਿਉਂ ਅਸੀਂ ਇੱਥੋਂ ਸੈਂਪਲਿੰਗ ਸ਼ੁਰੂ ਕੀਤੀ ਆ, ਹਰਿਆਣੇ ਅਸੀਂ ਗਏ ਆ, ਪੱਪੀ ਦੀ ਹੱਟੀ, ਅਸੀਂ ਉੱਥੋਂ ਸੈਂਪਲ ਲਏ ਆ, 2 ਉਹਦੇ, ਇੱਕ ਚਮਚਮ ਦੇ ਲਏ ਆ ਅਤੇ ਇੱਕ ਉਹਦਾ ਲਿਆ ਹੈਗਾ ਆ ਪਨੀਰ ਦਾ। ਅਤੇ ਉਹ ਤੋਂ ਬਾਅਦ ਅਸੀਂ ਅੱਗੇ ਚਲੇ ਗਏ। ਅੱਗੇ ਮੈਨੂੰ ਥੋੜ੍ਹੀ ਇਨਫੋਰਮੇਸ਼ਨ ਸੀਗੀ, ਗੁਪਤ ਸੂਚਨਾ ਸੀਗੀ ਵੀ ਜਿਹੜਾ ਦਰਸ਼ਨ ਡੇਅਰੀ ਹੈ ਉਹਦੇ ਕੋਲ ਵੀ ਜਿਹੜਾ ਪਨੀਰ ਹੈ ਉਹ ਬਾਹਰੋਂ ਆਉਂਦਾ ਆ, ਕਿਤੇ ਗੁਰਦਾਸਪੁਰ ਜਾਂ ਪਠਾਨਕੋਟ ਤੋਂ ਲੈਂਦਾ। ਜਿਉਂ ਅਸੀਂ ਗਏ ਆ, ਉਹਦੇ ਕੋਲ 80 ਕਿਲੋ ਦੇ ਲਗਭਗ ਜਿਹੜਾ ਪਨੀਰ ਹੈ ਉਹ ਮੈਂ ਪਾਣੀ ਵਿੱਚੋਂ ਉਹਦਾ ਕੱਢਿਆ, ਅਤੇ ਪਾਣੀ ਚੋਂਦਾ ਸੀਗਾ। ਓਬਵੀਅਸਲੀ ਇਹ ਵੀ ਠੀਕ ਨਹੀਂ ਹੈਗਾ, ਟੈਂਪਰੇਚਰ ਮੇਨਟੇਨ ਕਰੋ ਪਰ ਪਾਣੀ 'ਚ ਨਹੀਂ ਡੁੱਬਣਾ ਚਾਹੀਦਾ। ਅਸੀਂ ਉਹਦਾ ਪਨੀਰ ਦਾ ਸੈਂਪਲ ਇੱਕ ਜਿਹੜਾ ਉਹ ਆਪ ਤਿਆਰ ਕਰਦਾ ਉਹ ਵੀ ਲਿਆ, ਜਿਹੜਾ ਉਹਨੇ 80-90 ਕਿਲੋ ਪਨੀਰ ਸੀ ਉਹਦਾ ਵੀ ਸੈਂਪਲ ਲੈ ਲਿਆ, ਪਲੱਸ ਅਸੀਂ ਉਹਦੀ ਘਿਓ ਦਾ ਵੀ ਸੈਂਪਲ ਲੈ ਲਿਆ, ਅਤੇ ਉਹ ਤਾਂ ਲੈਬ ਨੂੰ ਭੇਜਣਾ। ਉਹ ਤੋਂ ਬਾਅਦ ਇੱਕ ਬੜੀ ਮਸ਼ਹੂਰ ਪੱਪੂ ਦੀ ਬਰਫੀ ਤੁਸੀਂ ਸੁਣਿਆ ਦਸੂਹੇ 'ਚ, ਅਤੇ ਜਿਹਦਾ ਖੋਆ ਵੀ ਪਿੱਛੇ ਜੇ ਕਾਫੀ ਫੜ ਹੋਇਆ ਸੀ ਕੋਲਡ ਸਟੋਰ 'ਚੋਂ। ਸੋ ਅਸੀਂ ਫਿਰ ਉਹਦੇ ਵੀ ਸੈਂਪਲ ਗਏ, ਕਿਉਂਕਿ 2 ਸਾਲ ਸੈਂਪਲਿੰਗ ਜਿਹੜੀ ਹੈ ਹੋ ਗਈ ਸੀ ਉਹਦੀ।
ਅਸੀਂ ਉਹਦੀ ਜਿਹੜੀ ਸੈਂਪਲਿੰਗ ਲੈਣ ਲਈ ਫਿਰ ਗਏ ਆ। ਉੱਥੇ ਮੈਨੂੰ ਇਦਾਂ ਲੱਗਾ ਵੀ ਇਹਦੀ ਬਰਫੀ ਬਹੁਤ ਵਿਕਦੀ ਹੈ, ਬਰਫੀ ਦਾ ਸੈਂਪਲ, ਬਰਫੀ ਖੋਆ ਬਰਫੀ ਲੈਣੀ ਚਾਹੀਦੀ ਆ। ਇੱਕ ਉਹਦਾ ਅਸੀਂ ਖੋਆ ਸੈਂਪਲ ਲਿਆ। ਇੱਕ ਤੀਜਾ ਸੈਂਪਲ ਉਹਦਾ ਸਰੋਂ ਦਾ ਤੇਲ ਜਿਹੜਾ ਸਾਨੂੰ ਲੱਗਾ ਖੁੱਲ੍ਹਾ ਤੇਲ ਜਿਹੜਾ ਉਹਦੇ 'ਚੋਂ ਤਲਦਾ ਆਪਣੇ ਪਕੌੜੇ ਵਗੈਰਾ ਜਾਂ ਜਿਹੜੀ ਵੀ ਚੀਜ਼ ਫਰਾਈ ਕਰਦਾ। ਫਿਰ ਉਹ ਪੀਪੇ ਵਿੱਚੋਂ ਉਹਦਾ ਤੇਲ ਲਿਆ, ਉਹ ਖੁੱਲ੍ਹਾ ਸੀ, ਕੋਈ ਬ੍ਰਾਂਡਡ ਨਹੀਂ ਸੀਗਾ। ਕਿਉਂਕਿ ਸਰਕਾਰ ਦੇ ਸਖਤ ਆਦੇਸ਼ ਹੈ ਵੀ ਮਸਟਰਡ ਆਇਲ ਜਿਹੜਾ ਆ, ਸਾਨੂੰ ਲੈਟਰ ਵੀ ਆਈ ਆ ਕਿ ਇਹਦੇ ਸੈਂਪਲ ਜ਼ਿਆਦਾ ਤੋਂ ਜ਼ਿਆਦਾ ਲਏ ਜਾਣ ਕਿਉਂਕਿ ਇਹ ਸ਼ੱਕੀ ਹੈ। ਸੋ ਇਹ ਕਰਦਿਆਂ ਫਿਰ ਅਸੀਂ ਚੌਥੀ ਜਿਹੜੀ ਸ਼ਾਪ ਹੈ ਉਹ ਉੱਥੇ ਕ੍ਰਿਸ਼ ਕਰਿਆਨਾ ਸਟੋਰ ਹੈ ਜਿਹੜਾ ਹਾਜੀਪੁਰ ਮੋੜ ਦੇ ਉੱਥੇ ਗਏ ਆ। ਅਤੇ ਮੈਨੂੰ ਜਿਸ ਤਰ੍ਹਾਂ ਪਤਾ ਲੱਗਾ, ਪਹਿਲਾਂ ਵੀ ਮੇਰੇ ਫੂਡ ਸੇਫਟੀ ਅਫਸਰਾਂ ਨੇ ਮੈਨੂੰ ਆਪਣਾ ਤਜਰਬਾ ਦੱਸਿਆ ਵੀ ਇੱਥੇ ਜਿਹੜੀ ਨਾ ਜਦੋਂ ਦਸੂਹੇ ਕਰਿਆਨਾ ਸਟੋਰਾਂ ਤੋਂ ਸੈਂਪਲ ਲੈਣ ਆਈਦਾ ਅਤੇ ਇੱਥੇ ਜਿਹੜੇ ਇਕੱਠੇ ਹੋ ਕੇ ਬੰਦੇ ਆ ਜਾਂਦੇ ਆ ਅਤੇ ਸੈਂਪਲ ਭਰਨ 'ਚ ਦਿੱਕਤ ਆਉਂਦੀ ਆ। ਅਤੇ ਪਰ ਮੈਂ ਸੋਚਿਆ ਨਹੀਂ ਸੀ ਵੀ ਇੱਦਾਂ ਵਾਪਰੂਗਾ, ਚਲੋ ਸ਼ੱਕ ਤਾਂ ਹੁੰਦੀ ਹੈ, ਪਰ ਹੋਇਆ ਇੱਦਾਂ ਹੀ। ਅਸੀਂ ਉਸ ਦੁਕਾਨ 'ਚ ਗਏ, ਹਲਦੀ ਜਿਹੜੀ ਪਈ ਸੀਗੀ, ਕਾਫੀ ਸਾਰੀ ਹਲਦੀ ਸੀਗੀ ਔਰ ਕੱਟੇ ਮਿੱਟੀ ਨਾਲ ਭਰੀ ਹੋਈ, ਸਫਾਈ ਦਾ ਕੋਈ ਨਹੀਂ ਸੀ। ਟਬੈਕੋ ਤੰਬਾਕੂ ਦੀ ਸੇਲ ਨਹੀਂ ਉਹਨੂੰ ਕਰਨੀ ਚਾਹੀਦੀ, ਤੰਬਾਕੂ ਦੀਆਂ ਕਿੰਨੀਆਂ ਆਈਟਮਸ ਉਹਦੇ ਕੋਲ ਸੀਗੀਆਂ, ਅਸੀਂ ਉਹ ਵੀ ਕੱਢੀਆਂ। ਫਿਰ ਉਹਦਾ ਜਿਹੜਾ ਲਾਇਸੈਂਸ, ਉਹਨੇ ਰੇਹੜੀ ਦਾ ਲਾਇਸੈਂਸ ਬਣਾਇਆ ਹੋਇਆ ਸੀ ਜਿਹੜਾ 100 ਰੁਪਏ ਰਜਿਸਟ੍ਰੇਸ਼ਨ ਵਾਲਾ, ਸਾਲਾਨਾ 100 ਰੁਪਏ ਵਾਲਾ, 500 ਰੁਪਇਆ 5 ਸਾਲਾਂ ਦਾ ਦੇ ਕੇ, ਜਦ ਕਿ ਉਹ ਆਪ ਇੱਕ ਗੱਲ ਮੰਨਦਾ ਸੀ ਵੀ ਮੈਂ 20,000 ਰੁਪਈਆ ਮੇਰੀ ਸੇਲ ਆ ਡੇਲੀ। ਇਹਦਾ ਮਤਲਬ ਕੀ ਸੀ ਕਿ 6 ਲੱਖ ਰੁਪਈਆ ਉਹ ਮਹੀਨੇ ਦਾ ਸੇਲ ਕਰਦਾ ਅਤੇ 12 ਮਹੀਨਿਆਂ ਦਾ ਲਾ ਲਓ ਤੁਸੀਂ, 12 6 72, ਸੋ 12 ਲੱਖ ਤੋਂ ਉੱਪਰ ਜਿਹਦੀ ਵੀ ਸੇਲ ਹੁੰਦੀ ਆ ਉਹਦਾ 2000 ਵਾਲਾ ਲਾਇਸੈਂਸ ਬਣਨਾ ਚਾਹੀਦਾ ਸੀਗਾ। ਉਹ 10,000 ਰੁਪਏ ਯਾਨੀ ਉਹਨੂੰ 5 ਸਾਲਾਂ ਦੇ ਦੇਣੇ ਚਾਹੀਦੇ ਸੀ। ਮੀਨਵਾਈਲ ਅਸੀਂ ਹਲਦੀ ਦਾ ਸੈਂਪਲ ਸੀਲ ਕਰ ਰਹੇ ਸੀਗੇ, ਆਈਟਮਾਂ ਅਸੀਂ ਹੋਰ ਵੀ ਕੱਢੀਆਂ ਸੀ ਜਿਹੜੀਆਂ ਸਾਨੂੰ ਸ਼ੱਕੀ ਲੱਗਦੀਆਂ ਸੀ ਵੀ ਠੀਕ ਨਹੀਂ ਹੈਗੀਆਂ, ਇਹਨਾਂ 'ਚ ਮਿਲਾਵਟ ਹੈ। ਤਦ ਨੂੰ ਕੁਛ ਬੰਦੇ ਆਏ 4-5, ਅਸੀਂ ਉਹਨਾਂ ਨੂੰ ਸੈਟਿਸਫਾਈ ਵੀ ਕਰਾਤਾ। ਪਰ ਉਹਨਾਂ ਤੋਂ ਬਾਅਦ ਇੱਕ ਅਮਰੀਕ ਸਿੰਘ ਜਿਨ੍ਹਾਂ ਨੇ ਆਪਣੀ ਇੰਟਰੋਡਕਸ਼ਨ ਕਰਾਈ ਵੀ ਅਮਰੀਕ ਸਿੰਘ ਗੱਗੀ ਹੈ ਵੀ ਮੈਂ ਵਪਾਰ ਮੰਡਲ ਦਾ ਪ੍ਰਧਾਨ ਹਾਂ, ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ। ਜਿਹੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗ ਵੀ ਹੈਗੀਆਂ, ਮੀਡੀਆ ਵਾਲੇ ਵੀ ਉੱਥੇ ਸੀਗੇ, ਉਹਦੇ ਵਿੱਚ ਉਹ ਕਹਿੰਦੇ ਵੀ ਮੈਂ ਲੈ ਕੇ ਦੱਸੋ ਸੈਂਪਲ ਕਿਵੇਂ ਲੈਂਦੇ ਆ, ਮੈਂ ਤੁਹਾਨੂੰ ਸੈਂਪਲ ਨਹੀਂ ਲੈਣ ਦੇਣਾ, ਯਾਨੀ ਕਈ ਕੁਛ। ਫਿਰ ਅਸੀਂ ਆਪਣਾ ਇੱਕ ਹਲਦੀ ਦਾ ਸੈਂਪਲ ਲਿਆ ਜਿਹੜਾ ਸੀਗਾ, ਉੱਤੇ ਸਿਗਨੇਚਰ ਵੀ ਨਹੀਂ ਉਹਨਾਂ ਹੋਣ ਦਿੱਤੇ ਅਤੇ ਉਹ ਖੋਣ ਸਨੈਚ ਵੀ ਕਰਨੇ ਚਾਹੇ, ਉਹਨਾਂ ਨੂੰ ਖੋਣੇ ਚਾਹੇ ਵੀ ਸੈਂਪਲ ਨਹੀਂ ਤੁਹਾਨੂੰ ਲਿਜਾਣ ਦੇਣੇ। ਗੱਡੀ 'ਚ ਅਸੀਂ ਬਹਿ ਗਏ ਹਾਂ, ਗੱਡੀ 'ਚ ਖੜ੍ਹੇ ਹੋ ਕੇ ਵੀ ਉਹਨੇ ਕਿਹਾ ਸੈਂਪਲ ਨਹੀਂ ਦੇ ਕੇ ਜਾਓ, ਸਾਨੂੰ ਮੋੜ ਕੇ ਜਾਓ ਇਹ। ਅਤੇ ਫਿਰ ਉਹਨਾਂ ਨੇ ਸਾਨੂੰ ਮੇਰੀ ਬਾਂਹ ਤੋਂ ਵੀ ਫੜਿਆ ਪਏ, ਮੈਨੂੰ ਤਾਰਨਾ ਚਾਹਿਆ, ਉਹਨੇ ਖਿੱਚ ਕੇ ਵੀ ਮੈਂ ਬਾਹਰ ਤਾਰ ਸਕਾਂ। ਅਸੀਂ ਜਦੋਂ ਸਵੇਰੇ ਗਏ ਸੀਗੇ, ਸਵੇਰੇ DSP ਮਨੀਸ਼ ਕੁਮਾਰ ਜੀ ਨੂੰ ਕਹਿ ਕੇ 2 ਪੁਲਿਸ ਮੁਲਾਜ਼ਮ ਨਾਲ ਲਏ ਸੀ, ਪਰ ਜਿੱਦਾਂ ਉਹ ਬੰਦੇ ਇਕੱਠੇ ਹੋ ਗਏ ਸੀ ਉਹਨਾਂ ਦੇ ਲੱਗਦੇ ਸੀ ਹੌਲੀ ਅਤੇ ਉਹ 200 ਕਹਿੰਦਾ ਸੀ ਬੰਦੇ ਹੋਰ ਇਕੱਠੇ ਕਰ ਲੈਣੇ ਆ। ਅਤੇ ਹਾਲਾਤ ਇੱਦਾਂ ਦੇ ਸੀਗੇ ਵੀ ਮੈਨੂੰ ਉਹ ਜਿਹੜੇ 2 ਪੁਲਿਸ ਮੁਲਾਜ਼ਮ ਆ, ਮੈਨੂੰ ਤਾਂ ਉਹ ਲੱਗਾ ਵੀ ਉਹ ਕੁਛ ਨਹੀਂ ਕਰ ਸਕਦੇ ਸੀ ਬਚਾਏ ਉਹਨੂੰ, ਇੱਕ ਬੰਦੇ ਨੂੰ ਹੀ ਉਹ ਪੂਰੇ ਕਰਦੇ ਰਹੇ। ਗੱਡੀ ਦੇ ਮੋਹਰੇ ਵੀ ਘੇਰਾ ਪਾਇਆ ਸੀਗਾ ਵੀ ਉਹ 2 ਬੰਦੇ ਬੇਵੱਸ ਲੱਗੇ ਮੈਨੂੰ ਤਾਂ ਉਹਨਾਂ ਦੇ ਮੋਹਰੇ। ਮੈਂ ਤਾਂ ਆਪਣੇ ਪੀਰੀਅਡ ਦਾ ਜਵਾਬ ਦੇ ਹਾਂ। ਮੈਂ 1 ਜਨਵਰੀ ਤੋਂ ਜੁਆਇਨ ਕੀਤਾ ਔਰ ਮੈਂ ਜਿੱਥੇ ਵੀ ਕੋਈ ਪ੍ਰਧਾਨ ਸੀ, ਚਾਹੇ ਕਰਿਆਨਾ ਯੂਨੀਅਨ ਦੇ ਜਾਂ ਹਲਵਾਈ ਜਾਂ ਦੋਧੀ ਜਾਂ ਕੋਈ ਵੀ, ਮੈਂ ਸਾਰਿਆਂ ਨੂੰ ਫ਼ੋਨ ਕਰਕੇ ਇੱਕ ਗੱਲ ਬੜੀ ਕਲੀਅਰ ਕਹੀ ਸੀ, ਮੈਂ ਨੰਬਰ ਲੈ ਲਏ ਸੀ ਵੀ ਪੈਸੇ ਪੂਸੇ ਦਾ ਕੋਈ ਸਿਲਸਿਲਾ ਨਹੀਂ ਹੈਗਾ, ਅਸੀਂ ਫੂਡ ਟੀਮ ਦੇ ਮੈਂਬਰ ਹਾਂ, ਤੁਸੀਂ ਵੀ ਫੂਡ ਟੀਮ ਦਾ ਇੱਕ ਹਿੱਸਾ ਹੋ। ਅਸੀਂ ਮਿਸ਼ਨ ਰਲ ਮਿਲ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ, ਲੋਕਾਂ ਨੂੰ ਪਿਓਰ ਚੀਜ਼ਾਂ ਜਿਹੜੀਆਂ ਸਟੈਂਡਰਡ ਦੀਆਂ ਚੀਜ਼ਾਂ ਮੁਹੱਈਆ ਕਰਵਾਉਣੀਆਂ, ਪੈਸਿਆਂ ਪੂਸਿਆਂ ਦਾ ਕੋਈ ਸਿਲਸਿਲਾ ਨਹੀਂ। ਮੇਰਾ ਜੇ ਕੋਈ ਮੇਰੇ ਬਿਹਾਫ ਤੋਂ ਜਾਂ ਮੇਰੀ ਟੀਮ 'ਚੋਂ ਕੋਈ ਬੰਦਾ ਪੈਸੇ ਲੈਂਦਾ ਵੀ ਹੋਵੇ ਤਾਂ ਮੇਰਾ ਆਹ 2 ਫੋਨ ਨੰਬਰ ਆ, ਮੈਨੂੰ ਕਰੋ। ਅਤੇ ਮੈਂ ਅੱਜ ਵੀ ਤੁਹਾਡੇ ਥਰੂ ਇਹ ਖੁੱਲ੍ਹਾ ਮੇਰਾ ਸੰਦੇਸ਼ ਹੈ ਕਿ ਮੈਂ ਆਪਣੀ ਸੈਲਰੀ 'ਚ ਗੁਜ਼ਾਰਾ ਕਰਦਾ, ਮੈਂ ਆਪਣੇ ਬੱਚਿਆਂ ਨੂੰ ਸੈਲਰੀ 'ਚ ਪਾਲਦਾ ਔਰ ਮੈਂ ਬਾਕੀਆਂ ਨੂੰ ਵੀ ਸੰਦੇਸ਼ ਦਿੰਦਾ ਕਿ ਤਨਖਾਹ ਬਹੁਤ ਹੈ, ਇਹ 'ਚ ਗੁਜ਼ਾਰਾ ਹੋ ਸਕਦਾ ਅਤੇ ਬੱਚਿਆਂ ਨੂੰ ਇਮਾਨਦਾਰੀ ਦੀ ਕਮਾਈ ਖਿਲਾਉਣੀ ਚਾਹੀਦੀ ਆ। ਮੈਨੂੰ ਕੋਈ ਮੈਨੂੰ ਜੋ ਮਰਜ਼ੀ ਕੋਈ ਕਵੇ, ਮੈਂ ਕਿਸੇ ਤੋਂ ਟਕਾ ਨਹੀਂ ਲੈਣਾ। ਅਸੀਂ ਜਿਹੜੀ ਅਗਲੀ ਕਾਰਵਾਈ ਇਹ ਕੀਤੀ ਜੀ, ਸੈਂਪਲ ਜਿਹੜਾ ਸੀਗਾ ਅਸੀਂ ਨਹੀਂ ਉਹਨੂੰ ਖੋਹਣ ਦਿੱਤਾ, ਸਨੈਚ ਕਰਨ ਦਿੱਤਾ। ਸੈਂਪਲ 'ਤੇ ਅਸੀਂ ਰਿਫਿਊਜ਼ਲ ਪਾਈ ਆ, ਫਿਰ ਸੈਂਪਲ ਸਿਗਨੇਚਰ ਕਰਨ ਤੋਂ ਇਨਕਾਰੀ ਕੀਤਾ ਬੰਦਾ, ਅਤੇ ਸੈਂਪਲ ਅਸੀਂ ਲੈ ਲਏ ਆ, ਸੈਂਪਲ ਭੇਜ ਦਿੱਤੇ ਅਸੀਂ ਲੈਬ ਨੂੰ। ਅਤੇ ਸੈਂਪਲ ਜਿਹੜਾ ਹਲਦੀ ਦਾ ਸੈਂਪਲ ਆ, ਜਿੱਦਾਂ ਉੱਤੋਂ ਲੈਬ ਤੋਂ ਆਊਗਾ ਉਹਦੀ ਕਾਰਵਾਈ ਕਰਾਂਗੇ। ਅਸੀਂ ਉਹਨੂੰ ਬਿਲਕੁਲ ਜਿਹੜਾ ਉਹਦਾ ਲਾਇਸੈਂਸ ਜੋ ਹਫ਼ਤੇ 'ਚ ਨਹੀਂ ਬਣਾਉਂਦਾ, ਅਸੀਂ ਉਹਦੀ ਦੁਕਾਨ ਦੇ ਖਿਲਾਫ ਕਾਰਵਾਈ ਵੀ ਕਰਾਂਗੇ ਵੀ ਜੇ ਉਹ ਜਿਹੜਾ ਬਣਦਾ ਲਾਇਸੈਂਸ ਨਹੀਂ ਕਰਾਉਂਦਾ। ਉਹਦੇ ਬਾਰੇ 'ਚ ਇੱਕ ਤਾਂ ਫੂਡ ਕਮਿਸ਼ਨਰ ਪੰਜਾਬ ਜਿਹੜੇ ਸਾਡੇ ਕੁਮਾਰ ਰਾਹੁਲ ਜੀ IAS ਹੈ, ਉਹਨਾਂ ਨੂੰ ਵੀ ਕੱਲ੍ਹ ਹੀ ਆਉਂਦੇ ਇੱਥੇ ਸ਼ਾਮੀ ਮੇਲ ਕਰਤੀ ਆ
ਤੇ ਜਿਹੜੇ ਸੈਕਟਰੀ ਹੈਲਥ ਆ, ਪ੍ਰਮੁੱਖ ਸਕੱਤਰ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੈ, ਉਹਨਾਂ ਨੂੰ ਵੀ ਜਿਹੜੇ ਮੁਲਕ ਰਾਜ ਜੀ ਸ਼੍ਰੀ ਮੁਲਕ ਰਾਜ ਜੀ ਉਹਨਾਂ ਨੂੰ ਵੀ ਕਰ ਦਿੱਤੀ ਹੈ। ਤੇ ਜਿਹੜੀ ਇੱਕ ਕਾਪੀ ਮੈਂ ਜਿਹੜਾ ਸਬ ਡਿਵੀਜ਼ਨ ਦੇ ਤੌਰ ਤੇ DSP ਦਸੂਹਾ ਆ, ਉਹਨਾਂ ਨੂੰ ਵੀ ਕਾਰਵਾਈ ਕੀਤੀ ਹੈ। ਵੀਡੀਓ ਮੈਂ ਉਹਨਾਂ ਨੂੰ ਇਹ ਕਿਹਾ ਵੀ ਜਿਹੜੀਆਂ ਵੀ ਸਬੂਤ ਹੈ ਜਾਂ ਵੀਡੀਓ ਰਿਕਾਰਡਿੰਗਸ ਹੈ, ਉਹ ਮੈਂ ਜਦੋਂ 45 ਅਫਸਰ ਜਿਹੜਾ ਕੋਈ ਹੋਊਗਾ ਉਹਨੂੰ ਮੌਕੇ 'ਤੇ ਮੈਂ ਮੁਹੱਈਆ ਕਰਾ ਦੂੰਗਾ। 3 ਮਹੀਨਿਆਂ 'ਚ 100 ਸੈਂਪਲ ਮੈਂ ਮਾਰਚ ਤੱਕ ਲਿਆ। ਮਾਰਚ ਤੋਂ ਹੁਣ ਤੱਕ ਤੁਸੀਂ ਜਿਹੜੇ ਹੁਣ ਦੇ ਮੇਰੇ ਸੈਂਪਲ ਲਾ ਲਓ। ਤੁਸੀਂ ਸ਼ਹਿਰ 'ਚ ਰਹਿੰਦੇ ਆ, ਤੁਹਾਡੇ ਤੋਂ ਕੋਈ ਚੀਜ਼ ਛੁਪੀ ਹੋਈ ਨਹੀਂ ਹੈਗੀ, ਲੋਕਾਂ ਤੋਂ ਵੀ ਛੁਪੀ ਨਹੀਂ ਹੈਗੀ। ਮੈਨੂੰ ਕੋਈ ਦੱਸੋ ਇਹੋ ਜਿਹਾ ਵੀ ਜਿਹੜਾ ਮੈਂ ਛੋਟੇ ਬੰਦੇ ਦਾ, ਜਿਹੜਾ ਬੰਦਾ ਗਰੀਬ ਹੈ ਜਾਂ ਉਹਦਾ ਸੈਂਪਲ ਲਿਆ। ਮੈਂ ਤਾਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਸੀ ਕਦੀ ਸੈਂਪਲ ਨਹੀਂ ਭਰ ਹੋਏ ਜਿਨ੍ਹਾਂ ਦੇ, ਮੈਂ ਤਾਂ ਸੈਂਪਲ ਹੀ ਉਹਨਾਂ ਦੇ ਭਰੇ ਆ। ਫਿਰ ਉਹਦਾ ਖਾਮਿਆਜਾ ਭੁਗਤਣਾ ਪੈਂਦਾ ਜਿਹੜੀ ਧੱਕੇਸ਼ਾਹੀ ਹੁੰਦੀ। ਖਮਿਆਜਾ ਤਾਂ ਦੇਖੋ ਜਿਹੜਾ ਉਹ ਵੀ ਤਾਂ ਇਹੀ ਚਾਹੁੰਦੇ ਆ ਵੀ ਜਿਹੜਾ ਛੋਟੇ ਬੰਦੇ ਦਾ ਸੈਂਪਲ ਭਰੋ, ਉਹ ਵਿਚਾਰਾ ਵਿਰੋਧ ਵੀ ਨਹੀਂ ਕਰ ਸਕਦਾ, ਉਹ ਕੀ ਕਰੂਗਾ, ਉਹ ਸੈਂਪਲ ਭਰਾ ਦੂਗਾ। ਪਰ ਮੇਰੀ ਜ਼ਮੀਰ ਅਜੇ ਜਿੰਦਾ ਆ, ਮੈਂ ਆਪਣੀ ਜ਼ਮੀਰ ਤੋਂ ਕੰਮ ਲੈਣਾ ਵੀ ਯਾਰ ਗਰੀਬ ਬੰਦੇ ਦਾ ਕਿਉਂ ਸੈਂਪਲ ਭਰ ਹੋਵੇ। ਜਿਹੜਾ ਇੱਕ ਥੋੜ੍ਹੀ ਜਿਹੀ ਸੇਲ ਕਰਦਾ, ਜਿਹੜਾ ਬੰਦਾ ਇੱਕ ਬਲਕ ਵਿੱਚ ਸੇਲ ਕਰਦਾ ਆ, ਉਹ ਜ਼ਿਆਦਾ ਜ਼ਿੰਮੇਦਾਰ ਆ, ਕਿਉਂਕਿ ਉਹਨੇ ਵੱਧ ਸੁਸਾਇਟੀ ਨੂੰ ਖਾਣ ਵਾਲੀਆਂ ਚੀਜ਼ਾਂ ਈਟੇਬਲਸ ਵੇਚਣੀਆਂ, ਅਤੇ ਉਹਦੇ 'ਤੇ ਜ਼ਿਆਦਾ ਸਾਡੀ ਨਜ਼ਰਸਾਨੀ ਚਾਹੀਦੀ ਹੈ, ਨਜ਼ਰ ਜ਼ਿਆਦਾ ਚਾਹੀਦੀ ਆ। ਅਤੇ ਓਬਵੀਅਸਲੀ ਮੈਂ ਇਹੀ ਰੱਖਦੇ ਵੀ ਆ। ਮੇਰੇ ਸਾਰੇ ਪੀਰੀਅਡ ਵਿੱਚ 100 ਸੈਂਪਲ ਉਹ ਆ, ਅਤੇ ਜਿਹੜੇ ਉਸ ਤੋਂ ਬਾਅਦ ਹੁਣ ਜੂਨ ਮਹੀਨਾ ਬੀਤ ਚੁੱਕਾ, RTI 'ਚ ਪਾ ਕੇ ਕੋਈ ਪੁੱਛ ਲੈ ਵੀ ਕਿੰਨੇ ਸੈਂਪਲ ਭਰੇ ਆ, ਅਤੇ ਮੇਰੇ ਪੀਰੀਅਡ 'ਚ ਤੁਸੀਂ ਦੇਖ ਲਓ ਵੀ ਜਿਹੜੇ ਮੈਂ ਸੈਂਪਲ ਭਰੇ ਆ ਉਹਨਾਂ ਦਾ ਸਟੈਂਡਰਡ ਲੈਵਲ ਕਿੰਨਾ ਕੁ, ਔਰ ਮੈਂ ਕਿੰਨੇ ਕੁ ਘੱਟ ਸੇਲ ਵਾਲੇ ਬੰਦੇ ਜਿਹੜੇ ਛੋਟੇ ਦੁਕਾਨਦਾਰ ਆ, ਮੈਂ ਉਹਨਾਂ ਦੇ ਕਿੰਨੇ ਕੁ ਸੈਂਪਲ ਭਰੇ ਆ ਸਾਰੇ। ਔਰ ਮੇਰਾ ਪੂਰਾ, ਔਰ ਮੈਂ 100% ਆਪਣੀ ਇਮਾਨਦਾਰੀ ਨਾਲ ਕੰਮ ਕਰਦਾ। ਠੀਕ ਆ, ਮੇਰਾ ਰਾਹ ਔਖਾ ਆ ਕਿ ਮੈਨੂੰ ਪਤਾ ਆ, ਕਿਉਂਕਿ ਮੈਨੂੰ ਲੱਗਦਾ, ਇੱਦਾਂ ਵੀ ਲੱਗਦਾ ਵੀ ਕਈ ਵਾਰੀ ਕੋਈ ਕੰਡੇ ਪੈਰਾਂ 'ਚ ਜਿਹੜੇ ਬੀਜੇ ਹੋਏ ਹੁੰਦੇ ਉਹ ਚੁੱਭਦੇ ਵੀ ਆ, ਉਹ ਮੈਨੂੰ ਫੇਸ ਵੀ ਕਰਨੇ ਪੈਂਦੇ ਆ। ਪਰ ਮੈਂ ਚਾਹੁੰਦਾ ਵੀ ਮੈਂ ਥੋੜ੍ਹਾ ਜਿਹਾ ਰਾਹ ਪੱਧਰਾ ਕਰਕੇ ਚੱਲ ਜਾਵਾਂ, ਭਾਵੇਂ ਮੈਨੂੰ ਕੁਛ ਦਿਨ ਹੀ ਰਹਿਣਾ ਪਵੇ, ਕਮ ਸੇ ਕਮ ਮੇਰੇ ਆਉਣ ਵਾਲੇ ਸਾਥੀ ਜਿਹੜੇ ਉਹਨਾਂ ਲਈ ਕੋਈ ਰਸਤਾ ਪੱਧਰਾ ਤਾਂ ਹੋਵੇ। ਹੁਣ ਜਿਵੇਂ ਦਸੂਹੇ ਆ, ਮੈਨੂੰ ਬੜਾ ਕਲੀਅਰ ਇਹਨਾਂ ਨੇ ਕਿਹਾ ਜੀ ਦਸੂਹੇ ਆਹ ਪ੍ਰੋਬਲਮ ਆਉਂਦੀ ਹੈ ਸਰ ਹਰ ਵਾਰੀ, ਮੈਨੂੰ ਫੂਡ ਸੇਫਟੀ ਅਫਸਰ ਵੀ ਕਹਿ ਰਹੇ ਆ। ਫਿਰ ਇਹਦਾ ਮਤਲਬ ਕੀ ਹੋਇਆ ਵੀ ਸੈਂਪਲਿੰਗ ਨਾ ਲਈਏ? ਇਹਦਾ ਮਤਲਬ ਵੀ ਉਹਦੇ ਕਹਿਣ 'ਤੇ ਉਹ ਬੰਦੇ ਦੇਖੋ ਇੱਕ ਗੱਲ ਕਹਿ ਰਹੇ ਆ, ਜਿਹੜੇ ਸਰਦਾਰ ਜੀ ਸਾਡੇ ਗੱਗੀ ਜੀ ਕਹਿ ਰਹੇ ਆ ਸਾਨੂੰ ਵੀਡੀਓ ਰਿਕਾਰਡਿੰਗ ਵਿੱਚ ਵੀ ਸਾਨੂੰ ਪੁੱਛ ਕੇ ਆਉਣਾ ਸੈਂਪਲ, ਜਦੋਂ ਆਉਣਾ ਜਿੱਥੋਂ ਅਸੀਂ ਚਾਹਣਾ ਉੱਥੋਂ ਸੈਂਪਲ ਲੈਣਾ, ਔਰ ਕੰਪਨੀ ਦਾ ਸੈਂਪਲ ਭਰਨਾ, ਤੁਸੀਂ ਕੰਪਨੀ ਦਾ ਬ੍ਰਾਂਡਡ, ਅਤੇ ਸੈਂਪਲ ਜਿਹੜੇ ਅਸੀਂ ਕਵਾਂਗੇ ਉਹ ਭਰਨੇ ਆ। ਅਤੇ ਮੈਨੂੰ ਤੁਸੀਂ ਦੱਸੋ ਫਿਰ ਤੁਸੀਂ ਬ੍ਰਾਂਡਡ ਚੀਜ਼ਾਂ ਹੀ ਵੇਚੋ ਅਸੀਂ ਫਿਰ ਬ੍ਰਾਂਡਡ ਲੈ ਲਾਂਗੇ। ਫਿਰ ਤੁਸੀਂ ਹਲਦੀ ਤਾਂ ਖੁੱਲ੍ਹੀ ਚੀਜ਼, ਮਸਾਲੇ ਕਿਉਂ ਵੇਚਦੇ ਹੋ? ਕਿਉਂ ਸਰੋਂ ਦਾ ਤੇਲ ਖੁੱਲ੍ਹਾ ਕਿਉਂ ਵੇਚਦੇ ਹੋ? ਜਿਹੜੀ ਚੀਜ਼ ਦੇਖੋ, ਐਕਟ ਤਾਂ ਇਹ ਕਹਿੰਦਾ ਵੀ ਕੋਈ ਵੀ ਚੀਜ਼ ਫਾਰ ਸੇਲ ਐਂਡ ਫਾਰ ਹਿਊਮਨ ਕੰਜ਼ੰਪਸ਼ਨ, ਦੋ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ, ਫਾਰ ਸੇਲ ਐਂਡ ਫਾਰ ਹਿਊਮਨ ਕੰਜ਼ੰਪਸ਼ਨ। ਬੰਦਿਆਂ ਦੇ ਖਾਣ ਵਾਲੀ ਹੋਣੀ ਚਾਹੀਦੀ ਆ, ਅਤੇ ਵੇਚਦਾ ਹੋਵੇ ਬੰਦਾ, ਅਤੇ ਉਹ ਐਕਟ ਦੇ ਅਧੀਨ ਆਉਂਦਾ। ਸੋ ਉਸੇ ਤਹਿਤ ਅਸੀਂ ਤਾਂ ਸੈਂਪਲ ਲਵਾਂਗੇ। ਕੋਈ ਵੱਡੇ ਛੋਟੇ ਦਾ ਮੈਂ ਤਾਂ ਤੁਹਾਡੇ ਤੋਂ ਹੀ ਸੁਣ ਰਿਹਾ ਵੀ ਇੱਦਾਂ ਦਾ ਮੇਰੀ ਨਜ਼ਰ 'ਚ ਬਿਲਕੁਲ ਨਹੀਂ। ਤੁਹਾਨੂੰ ਮੇਰੇ ਸਾਰੇ ਕਾਰਿਆਕਾਲ ਦੌਰਾਨ ਜਿੰਨਾ ਚਿਰ ਮੈਂ DHO ਰਹੂੰਗਾ, ਮੈਨੂੰ ਇੱਕ ਵੀ ਐਗਜ਼ਾਮਪਲ ਦੱਸ ਦਿਓ ਤੁਸੀਂ ਯਾਰ ਆਹ ਗਰੀਬ ਮਾਰ ਕਰਤੀ ਹੈ ਜਾਂ ਇਹ ਤੁਸੀਂ ਇਹੋ ਜਿਹੇ ਬੰਦੇ ਦਾ ਧੱਕਾ ਕੀਤਾ। ਮੈਂ ਤਾਂ ਉੱਥੇ ਵੀ ਬੜਾ ਕਲੀਅਰ ਕੀਤਾ, ਮੈਂ ਕਿਹਾ ਯਾਰ ਦਸੂਹੇ 'ਚ ਪਹਿਲੀ ਵਾਰੀ ਮੈਂ ਆਇਆ 6 ਮਹੀਨਿਆਂ 'ਚ, ਪਹਿਲੀ ਵਾਰੀ ਮੈਂ ਸੈਂਪਲਿੰਗ ਕੀਤੀ ਆ, ਔਰ ਪਹਿਲੀ ਕਰਿਆਨੇ ਦੀ ਦੁਕਾਨ 'ਚ ਮੈਂ ਗਿਆ ਆ, ਕੋਈ ਦੂਜੀ 'ਚ ਨਹੀਂ ਗਿਆ। ਅਤੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਧੱਕਾ ਕਰਦੇ ਆ, ਜਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਜਾਤੀਆਂ ਕਰਦੇ ਹੋ? ਇਹਦੇ ਬਾਰੇ ਮੈਂ ਇਹ ਕਹਿੰਦਾ, ਅੱਗ ਬਲੀ ਆ ਤਾਂ ਧੂੰਆਂ ਨਿਕਲਦਾ। ਜੇ ਕਿਤੇ ਨਾ ਕਿਤੇ ਕੋਈ ਗੱਲਾਂ ਇੱਦਾਂ ਹੁੰਦੀਆਂ ਤਾਂ ਕੋਈ ਨਾ ਕੋਈ ਤਾਂ ਸਮੱਸਿਆਵਾਂ ਫੇਸ ਅੱਜ ਜਿਹੜੀਆਂ ਕਰਨੀਆਂ ਪੈਂਦੀਆਂ, ਕੋਈ ਪੂਰਨੇ ਪਾਏ ਹੋ ਕਿਸੇ ਦੇ, ਕੋਈ ਤਾਂ ਉਹ ਤਾਂ ਫੇਸ ਕਰਨੇ ਪੈਂਦੇ ਆ। ਮੈਂ ਤਾਂ ਕਰ ਰਿਹਾ ਹਾਂ, ਔਰ ਬੜਾ ਕਲੀਅਰ ਮੈਂ ਇਹ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਵੀ ਮੈਨੂੰ 100% ਨਹੀਂ 200% ਮੈਨੂੰ ਕੋਈ ਸਾਫ ਸੁਥਰੀ ਗੱਲ ਕਰਦਾ, ਮੈਨੂੰ ਕੋਈ ਚਾਅ ਨਹੀਂ ਹੈਗਾ ਇਸ ਚੇਅਰ 'ਤੇ ਬੈਠਣ ਦਾ, ਕੋਈ ਮੈਨੂੰ ਲਾਲਚ ਨਹੀਂ ਹੈਗਾ ਵੀ ਮੈਂ ਸਾਲਾਂ ਬੱਧੀ ਚੇਅਰ 'ਤੇ ਬਹਿਣਾ, ਮਹੀਨਿਆਂ ਬੱਧੀ ਬਹਿਣਾ। ਜਿੰਨੇ ਦਿਨ ਮੈਨੂੰ ਰੱਖੋਗੇ ਮੈਨੂੰ ਮਨਜ਼ੂਰ ਹੈ, ਔਰ ਮੈਂ ਜਿੱਥੇ ਵੀ ਜਾਊਂਗਾ ਮੈਂ ਲੋਕ ਸੇਵਾ ਕਰੂੰਗਾ, ਕਿਉਂਕਿ ਮੇਰੇ ਤਾਂ ਬਲੱਡ 'ਚ ਹੀ ਲੋਕ ਸੇਵਾ ਰਚੀ ਹੋਈ ਆ। ਤੁਸੀਂ ਦੇਖਿਆ ਨਹੀਂ ਵੀ ਜਦੋਂ ਕੋਵਿਡ ਕਾਲ ਸੀਗਾ, ਮੈਂ ਡੈੱਡ ਬੋਡੀਆਂ ਦੇ ਸੰਸਕਾਰ ਆਪ ਕਰਦਾ ਰਿਹਾ, ਰੈਪ ਕਰਕੇ ਕਰੋਨਾ ਕਿੱਟਾਂ 'ਚ। ਮੈਂ ਸਭ ਤੋਂ ਵੱਧ ਵੈਕਸੀਨੇਸ਼ਨ ਮੈਂ ਪੁਲਿਸ ਲਾਈਨ 'ਚ ਕੀਤੀ ਹੈ। ਇਹ ਮੇਰਾ ਕੰਮ ਥੋੜ੍ਹਾ ਸੀ ANM ਦਾ ਟੀਕੇ ਲਾਉਣਾ। ਮੈਂ RT-PCR ਸੈਂਪਲਿੰਗ ਥਾਂ ਜਾ ਕੇ ਕੀਤੀ ਹੈ।
ਸੋ ਮੇਰਾ ਕਹਿਣ ਤੋਂ ਭਾਵ ਆ ਵੀ ਬੰਦਾ ਲੋਕ ਸੇਵਾ 'ਚ ਇਹ ਇੰਟਰਸਟਡ ਆ ਜਾਂ ਇਹ ਪੈਸੇ ਪੂਹੇ ਕਮਾਉਣਾ ਇਹਦਾ ਮਕਸਦ ਆ, ਇਹ ਚੀਜ਼ਾਂ ਸਭ ਨੂੰ ਲੋਕਾਂ ਨੂੰ ਪਤਾ ਲੱਗ ਜਾਂਦਾ। ਇਹ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ, ਇਹ ਸਾਰਿਆਂ ਨੂੰ ਪਤਾ ਹੁੰਦਾ। ਸਰ ਇਮਾਨਦਾਰੀ ਦੇ ਨਾਲ ਕੰਮ ਕਰਨਾ ਜੀ ਇੱਕ ਸਰਕਾਰੀ ਮੁਲਾਜ਼ਮ ਦਾ ਕਿੰਨਾ ਔਖਾ ਜੀ? ਦੇਖੋ ਜੀ, ਅਸੰਭਵ ਨਹੀਂ ਹੈਗਾ, ਔਖਾ ਬਹੁਤ ਆ, ਔਖਾ ਬਹੁਤ ਆ। ਇੰਪੋਸੀਬਲ ਨਹੀਂ ਹੈਗਾ। ਜੇ ਇੰਪੋਸੀਬਲ ਹੁੰਦਾ ਨਾ ਫੇਰ ਨਹੀਂ ਸੀ ਮੈਂ ਕਰਨਾ। ਮੈਨੂੰ ਲੱਗਦਾ ਸੀਗਾ, ਮੈਂ ਬੜਾ ਚਿਰ ਫੂਡ ਸੈਂਪਲਿੰਗ ਕੀਤੀ ਪਹਿਲਾਂ, ਔਰ ਮੈਂ ਓਨੈਸਟਲੀ ਕਰਦਾ ਸੀ। ਉਦੋਂ ਮੈਨੂੰ ਲੱਗਦਾ ਹੁੰਦਾ ਸੀ ਕਾਸ਼ ਮੈਂ DHO ਬਣਾ ਨਾ, ਫਿਰ ਮੈਂ ਇਦਾਂ ਕੰਮ ਕਰ ਸਕਾਂ। ਮੈਨੂੰ ਲੱਗਦਾ ਹੁੰਦਾ ਸੀ, ਕਿਉਂਕਿ ਮੈਨੂੰ ਫੀਲ ਹੁੰਦਾ ਸੀ ਵੀ ਯਾਰ ਜੇ DHO ਹੋਵੇ ਤਾਂ ਇਸ ਤਰ੍ਹਾਂ ਕੰਮ ਕਰ ਸਕਦਾ, ਜੇ ਮੈਂ DHO ਹੋਵਾਂ ਤਾਂ ਇਦਾਂ ਕਰ ਸਕਦਾ। ਮੈਂ ਉਦੋਂ ਮਹਿਸੂਸ ਕੀਤੀਆਂ ਕਈ ਚੀਜ਼ਾਂ ਮੇਰੀਆਂ, ਹੁਣ ਲਿਮਿਟੇਸ਼ਨਸ ਆ, ਮੈਂ ਗੱਲਾਂ ਕਈ ਨਹੀਂ ਕਹਿ ਸਕਦਾ ਸਰਕਾਰੀ, ਪਰ ਮੈਂ ਇਦਾਂ ਮਹਿਸੂਸ ਕਰਦਾ ਸੀ ਵੀ ਕਾਸ਼ ਮੈਂ DHO ਹੁੰਦਾ। ਤੇ ਮੈਂ DHOਸ਼ਿਪ ਲਈ ਹੈ। ਕੋਈ ਕਿਸੇ ਮੇਰਾ ਇੱਕ ਵੀ ਮੇਰਾ ਕੋਈ ਸਿੰਗਲ ਪੁਆਇੰਟ ਏਜੰਡਾ ਆ, ਕੋਈ ਮੇਰਾ ਵੈਸਟਡ ਇੰਟਰਸਟ ਨਹੀਂ ਇਸ ਚੇਅਰ 'ਤੇ ਬਹਿਣ ਦਾ। ਤੇ ਮੈਂ ਤਾਂ ਇੱਕ ਗੱਲ ਬੜੀ ਕਲੀਅਰ ਕਹਿਣਾ ਹੁੰਨਾ, ਇੱਥੋਂ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਮੇਰੇ ਦੋਨਾਂ ਹੱਥਾਂ 'ਚ ਲੱਡੂ ਆ। ਉਹ ਇੱਦਾਂ ਜੇ ਮੈਂ DHO ਰਹੂੰਗਾ ਤਾਂ ਕੁਛ ਤਾਂ ਲੋਕ ਖੁਸ਼ ਹੋਣਗੇ ਵੀ ਕੋਈ ਓਨੈਸਟਲੀ ਕੰਮ ਕਰਦਾ ਕੁਝ ਥੋੜ੍ਹਾ ਬਹੁਤ, ਤੇ ਜੇ ਮੈਨੂੰ ਲਾ ਦੇਣਗੇ ਇਹ ਹਟਾ ਦੇਣਗੇ ਤਾਂ ਮੇਰਾ ਟੱਬਰ ਖੁਸ਼ ਹੋ ਜਾਊਗਾ, ਜਿਹੜਾ ਮੈਨੂੰ ਰੋਜ਼ ਕਹਿੰਦਾ ਵੀ ਸਿਆਪੇ ਤੇਰੇ ਰੋਜ਼ ਪੈਂਦੇ ਆ, ਤੇ ਪਾਪਾ ਇਹ ਕਦੋਂ ਛੁੱਟਣੀ ਜਾਣ। ਸੋ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ, ਮੈਂ ਮੈਂ ਤਾਂ ਇਦਾਂ ਹੀ ਕੰਮ ਕਰੂੰਗਾ, ਕਿਉਂਕਿ ਜਿਸ ਬੰਦੇ ਦੇ ਐਥਿਕਸ ਨਹੀਂ ਨਾ ਹੈਗੇ, ਚਾਹੇ ਉਹ ਡਾਕਟਰ ਹੈ, ਚਾਹੇ ਉਹ DHO ਹੈ, ਚਾਹੇ ਸਿਵਲ ਸਰਜਨ ਹੈ, ਜੇ ਐਥਿਕਸ ਨਹੀਂ ਹੈਗੇ ਨਾ ਤਾਂ ਮੈਂ ਕਹਿੰਦਾ ਕੋਈ ਉਹ ਫਿਰ ਉਹਦੇ ਬਾਰੇ ਕੀ ਕਹਿਣਾ। ਉਹ ਮੈਨੂੰ ਕਨਸਪੀਰੇਸੀ ਵੀ ਲੱਗਦੀ ਹੈ ਜੀ, ਮੈਨੂੰ ਲੱਗਦੀ ਕਨਸਪੀਰੇਸੀ। ਮੈਂ ਇਹਦੇ ਤੋਂ ਇਨਕਾਰ ਨਹੀਂ ਕਰਨਾ ਚਾਹੁੰਦਾ। ਰਾਜਨੀਤਿਕ ਪ੍ਰੈਸ਼ਰ, ਮੈਨੂੰ ਤਾਂ ਬਹੁਤ ਕੁਝ ਸੁਣਨਾ ਪੈਂਦਾ ਆ। ਮੈਂ ਤਾਂ ਇਸ ਗੱਲ 'ਤੇ ਹੈਰਾਨ ਆ ਵੀ ਇੱਕ ਪਾਸੇ ਤਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ, ਫਿਰ ਸਾਨੂੰ ਇੰਡੀਪੈਂਡੈਂਟਲੀ ਕੰਮ ਕਰਨ ਦਿਓ, ਫਿਰ ਸਾਨੂੰ ਇੰਟਰਵੈਂਸ਼ਨ ਕਾਹਦੀ ਹੈ, ਕਾਹਤੋਂ ਇੰਟਰਫੀਅਰ ਕਰਦੇ ਆ। ਔਰ ਮੇਰਾ ਵਾਸ ਚੱਲੇ ਮੈਂ ਤਾਂ ਨਾਂ ਵੀ ਲੈ ਦੂੰਗਾ ਫਿਰ ਜਿਨ੍ਹਾਂ ਦੇ ਫੋਨ ਆਉਂਦੇ ਆ। ਹੁਣ ਤਾਂ ਮੇਰੀ ਲਿਮਿਟੇਸ਼ਨ ਆ, ਫਿਰ ਮੈਂ ਨਾਂ ਵੀ ਲਊਂਗਾ ਵੀ ਯਾਰ ਆਹ ਬੰਦਿਆਂ ਦੇ ਫੋਨ ਆਉਂਦੇ ਆ। ਮੈਂ ਕਹਿੰਦਾ ਯਾਰ ਪਿਓਰ ਚੀਜ਼ ਤੁਹਾਡੇ ਕਿਸੇ ਹਲਕੇ ਨੂੰ, ਤੁਹਾਡੇ ਕੋਈ ਇਲਾਕੇ ਨੂੰ ਜੇ ਅਗਰ ਪਿਓਰ ਮੁਹੱਈਆ ਕਰਨੀ ਆ ਤਾਂ ਅਫਸਰ ਨੂੰ ਇੰਡੀਪੈਂਡੈਂਟ ਕੰਮ ਕਰਨ ਦੇਣਾ ਪਊਗਾ। ਹਾਂ, ਜੇ ਕਿਤੇ ਉਹ ਨਜਾਇਜ਼ ਕਰਦਾ, ਕਿਸੇ ਨਾਲ ਧੱਕੇਸ਼ਾਹੀ ਕਰਦਾ ਆ, ਪਿੰਨ ਪੁਆਇੰਟ ਕਰਕੇ ਰਿਪੀਟਡਲੀ ਜਾਂਦਾ ਆ, ਮੈਲਾਫਾਈਡ ਇੰਟੈਂਸ਼ਨ ਹੈ, ਵਿੰਡਿਕਟਿਵ ਐਟੀਟਿਊਡ ਆ, ਫਿਰ ਉਹ ਗਲਤ ਆ। ਅਫਸਰ ਮੈਨੂੰ ਕੋਈ ਪ੍ਰੂਵ ਕਰੇ ਨਾ, ਮੈਨੂੰ ਸਿੱਧ ਕਰੇ ਵੀ ਮੈਂ ਇਦਾਂ ਕਿਤੇ ਕੀਤਾ, ਮੈਨੂੰ ਇੱਕ ਵੀ ਐਗਜ਼ਾਮਪਲ ਦੱਸੋ। ਡਿਪਟੀ ਸੁਪਰਡੈਂਟ ਪੁਲਿਸ ਮੈਂ ਉੱਥੇ ਕੀਤੀ ਹੈ, ਤੇ ਮੈਂ SSP ਸਾਹਿਬ ਨੂੰ WhatsApp ਕੰਪਲੇਂਟ ਕੀਤੀ ਆ। ਮੈਂ SSP ਸਾਹਿਬ ਨੂੰ ਮੈਂ WhatsApp ਵੀ ਜਿਹੜੀਆਂ ਉਹ ਸਾਰੀਆਂ ਵੀਡੀਓ ਸੈਂਡ ਕੀਤੀਆਂ। ਮੈਂ ਜਿਹੜੀਆਂ ਨਿਊਜ਼ ਵੀ ਚੱਲੀਆਂ ਜਿਹੜੀਆਂ ਉੱਥੋਂ, ਮੈਂ ਉਹ ਵੀ SSP ਸਾਹਿਬ ਨੂੰ WhatsApp ਕੀਤੀਆਂ। ਲਿਖਤੀ ਕੀਤੀ ਹੈ DSP ਨੂੰ, ਰਿਟਨ ਮੈਂ ਇੱਥੋਂ ਆਪਣੇ ਆਫਿਸ ਤੋਂ ਨੰਬਰ ਲਾ ਕੇ ਮੈਂ DSP ਦਸੂਹਾ ਨੂੰ ਕੀਤੀ। ਪਹਿਲਾਂ ਮੈਂ ਉਹਨਾਂ ਨਾਲ ਵਰਬਲੀ ਗੱਲ ਕੀਤੀ ਸੀ, ਤੇ ਉਹ ਕਹਿੰਦੇ ਸੀ ਡਾਕਟਰ ਸਾਹਿਬ ਤੁਸੀਂ ਮੈਨੂੰ ਕੰਪਲੇਂਟ ਕਰ ਦਿਓ, WhatsApp ਵੀ ਭੇਜ ਦਿਓ ਤੇ ਮੈਨੂੰ ਹਾਰਡ ਕਾਪੀ ਵੀ ਭੇਜ ਦਿਓ। ਅਸੀਂ ਕੱਲ੍ਹ ਹੀ ਹਾਰਡ ਕਾਪੀ ਭੇਜਤੀ ਆ। ਅੱਗੇ ਕਾਰਵਾਈ ਕੀ ਕਰਦੀ ਆ, ਕਿਉਂਕਿ ਇੱਕ ਗੱਲ ਤਾਂ ਤੁਹਾਨੂੰ ਪਤਾ ਹੀ ਆ ਕਿ ਪਿੱਟ ਕੇ 2-3 ਮਹੀਨੇ ਬਾਅਦ ਪੁਲਿਸ 'ਚ ਕਾਰਵਾਈ ਹੋਈ, FIR ਹੋਈ ਸੀ ਉਹ ਪਹਿਲਾਂ, ਜਿਹੜੀਆਂ ਵੀਡੀਓ ਰਿਕਾਰਡਿੰਗ ਵੀ ਸਭ ਕੁਛ ਕੋਲ ਸੀਗੀਆਂ। ਤੁਸੀਂ ਦੱਸੋ ਵੀ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਸੀਗਾ ਵੀ ਉਹ ਜਿਹਦਾ ਮੈਂ ਸੈਂਪਲ ਭਰਿਆ ਵੀ ਉਹ ਕੌਣ ਹੈ। ਜਿਹੜੇ ਮੈਂ ਪਹਿਲਾਂ 2 ਬੰਦਿਆਂ ਦਾ ਸੈਂਪਲ ਭਰਿਆ, ਜੇ ਉਹ ਮੇਰੇ ਦੁਆਲੇ ਨਹੀਂ ਹੋਏ ਤਾਂ ਉਹ ਤੀਜਾ ਬੰਦਾ ਕਾਹਨੂੰ ਮੇਰੇ ਬਰਖਲਾਫ ਹੋਈ ਜਾਂਦਾ। ਸੈਂਪਲ ਤਾਂ ਅਣਜਾਣ ਆ ਮੇਰੇ ਲਈ, ਸਟਰੇਂਜਰ ਆ ਇੱਕ ਉਹ, ਤੇ ਸੈਂਪਲ ਤਾਂ ਦੇਣਾ ਹੀ ਚਾਹੀਦਾ। ਫਿਰ ਉਹਦਾ ਸੈਂਪਲ ਸਬ ਸਟੈਂਡਰਡ ਵੀ ਆ ਗਿਆ। ਮੈਨੂੰ ਇੱਦਾਂ ਲੱਗਦਾ ਜੇ ਕਿਤੇ ਵੀ ਬੰਦੇ ਨੂੰ ਕੁਤਾਹੀ ਕਰ ਰਿਹਾ, ਜੇ ਕਿਤੇ ਵੀ ਕੋਈ ਬੰਦਾ ਗਲਤੀ ਕਰ ਰਿਹਾ, ਅਡਲਟਰੇਸ਼ਨ ਕਰ ਰਿਹਾ, ਸਭ ਤੋਂ ਜ਼ਿਆਦਾ ਉਹਨੂੰ ਡਰ ਲੱਗਦਾ ਵੀ ਸਾਡੀ ਚੀਜ਼ ਦਾ ਸੈਂਪਲ ਨਾ ਭਰ ਹੋਵੇ। ਜਨਤਾ ਦੀ ਹਮਦਰਦੀ ਮਿਲਦੀ ਆ, ਕਮੈਂਟਸ ਕੰਪਲੀਮੈਂਟ ਮਿਲਦੇ ਆ ਜੀ। ਮੈਨੂੰ ਇੱਦਾਂ ਲੱਗਦਾ ਵੀ ਉਹ ਜਿੱਦਾਂ ਕਹਿੰਦੇ ਹੁੰਦੇ ਸੀ ਸੁਰਜੀਤ ਪਾਤਰ, ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, 4 ਕੋ ਬੰਦੇ ਤਾਂ ਛੱਡ ਲੈ ਮੋਢਾ ਦੇਣ ਲਈ। ਵੀ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਸਹੀ ਬੰਦੇ ਨਾਲ ਕੋਈ ਖੁੱਡਦੇ ਕੋਈ ਨਹੀਂ ਹੈਗੇ, ਘਰ ਹੀ ਬੈਠ ਕੇ ਉਹਦਾ ਨਾ ਖੁਸ਼ ਹੁੰਦੇ ਆ ਵੀ ਬਹੁਤ ਵਧੀਆ ਕੰਮ ਕਰਦਾ। ਉਹਨੂੰ ਕੋਈ ਮੈਨੂਅਲੀ ਪਰਸਨਲੀ ਕੋਈ ਸਪੋਰਟ ਨਹੀਂ ਮਿਲਦੀ। ਹਾਂ, ਕੋਈ ਹਜੂਮ ਨਹੀਂ ਉਹਦੀ ਫੇਵਰ 'ਚ ਇਕੱਠਾ ਹੋ ਕੇ ਆਉਂਦਾ, ਨਹੀਂ ਆਉਂਦਾ ਜੀ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਜੀ, ਅਸੀਂ ਦਸੂਹਾ ਵਿੱਚ ਸੈਂਪਲਿੰਗ 1-2 ਦੁਕਾਨਾਂ ਤੇ ਪਹਿਲੇ ਕੀਤੀ ਹੈ, ਡੇਅਰੀ ਤੇ ਕੀਤੀ ਹੈ, ਉਸ ਤੋਂ ਬਾਅਦ ਇੱਕ ਸਵੀਟ ਸ਼ਾਪ ਤੇ ਸੈਂਪਲਿੰਗ ਕੀਤੀ ਹੈ। ਉਸ ਤੋਂ ਬਾਅਦ ਅਸੀਂ ਇੱਕ ਜਿਹੜੀ ਕਰਿਆਨੇ ਦੀ ਸ਼ਾਪ ਤੇ ਗਏ ਹਾਂ, ਤਾਂ ਉੱਥੇ ਜਿਵੇਂ ਕਰਿਆਨਾ ਯੂਨੀਅਨ ਦੇ ਵਪਾਰ ਮੰਡਲ ਦੇ ਪ੍ਰਧਾਨ ਜਿਹੜੇ ਅਮਰੀਕ ਸਿੰਘ ਜੀ ਉੱਥੇ ਆਏ, ਔਰ ਉਹਨਾਂ ਨੇ ਮਤਲਬ ਸਾਨੂੰ ਸੈਂਪਲਿੰਗ ਤੋਂ ਰੋਕਿਆ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਹੈ, ਮਤਲਬ ਜੇ ਸੈਂਪਲਿੰਗ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣਗੀਆਂ
ਤਾਂ ਜਿਹੜਾ ਮਤਲਬ ਸਾਡਾ ਮਿਸ਼ਨ ਹੈ ਤੰਦਰੁਸਤ ਪੰਜਾਬ, ਉਹਦਾ ਜਿਹੜਾ ਮਕਸਦ ਹੈ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਦ ਪਦਾਰਥ ਜਿਹੜੇ ਮੁਹੱਈਆ ਕਰਵਾਉਣੇ, ਤਾਂ ਫਿਰ ਉਹ ਮਤਲਬ ਉਹਨਾਂ ਨੂੰ ਮੁਹੱਈਆ ਜਿਹੜਾ ਕਰਵਾਉਣ ਦਾ ਜਿਹੜਾ ਮਕਸਦ ਹੈ, ਉਹ ਟੀਚਾ ਜਿਹੜਾ ਹੈਗਾ ਸਰਕਾਰ ਦਾ, ਉਹਦੇ ਮਤਲਬ ਪੂਰਾ ਕਰਨ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਅਗਰ ਮੁਸ਼ਕਲ ਆਉਣਗੀਆਂ ਤਾਂ ਮੇਰੇ ਹਿਸਾਬ ਨਾਲ ਉਹ ਪੂਰਾ ਨਹੀਂ ਕੀਤਾ ਜਾ ਸਕਦਾ। ਕੀ ਚਾਹੀਦਾ ਕੀ ਹੈਗਾ ਡਿਪਾਰਟਮੈਂਟ ਨੂੰ, ਕੀ ਚਾਹੀਦਾ? ਮਤਲਬ ਸਰ ਅਗਾਂਹ ਤੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ, ਉਹਦੇ ਲਈ ਜਿਵੇਂ ਸਾਡੇ ਨਾਲ ਸੇਫਟੀ ਪੁਲਿਸ ਕਰਮੀ ਜਾਂ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਤਾਂ ਜੋ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਊਚਰ ਦੇ ਵਿੱਚ ਨਾ ਵਾਪਰਨ। ਸਰ ਜਿਹੜੇ ਇਹ ਕਹਿਣਾ ਚਾਹੀਦਾ ਵੀ ਜਿਹੜਾ ਇੱਕ ਤਾਂ ਤੁਸੀਂ ਕਹਿੰਦੇ ਕਾਰਵਾਈ, ਇੱਕ ਜਿਹੜੀ ਇਨਸਟੈਂਟ ਕਾਰਵਾਈ ਹੋਣੀ ਚਾਹੀਦੀ ਆ। ਜਿਹੜਾ ਬੰਦਾ ਵੀ ਕੋਈ ਬੰਦਾ ਦੋਸ਼ੀ ਆ, ਅਗਰ ਉਹ ਸਾਨੂੰ ਹੱਥ ਪਾਉਂਦਾ, ਜੇ ਉਹ ਇਮੀਡੀਏਟਲੀ ਕਾਰਵਾਈ, ਜੋ 3 ਮਹੀਨੇ ਕਾਰਵਾਈ ਨਹੀਂ ਹੋਣੀ, ਕਿਹੜੀ ਇਨਵੈਸਟੀਗੇਸ਼ਨ 3 ਮਹੀਨੇ ਚੱਲਦੀ ਰਹੀ, ਔਰ ਮੋਰਓਵਰ ਜਿਸ ਪੁਲਿਸ ਡਿਪਾਰਟਮੈਂਟ 'ਚ ਮੈਂ 7 ਸਾਲ ਕੰਮ ਕੀਤਾ ਹੋਵੇ, ਉੱਥੇ 3 ਮਹੀਨਿਆਂ ਬਾਅਦ FIR ਹੋਈ, ਔਰ 3 ਮਹੀਨਿਆਂ ਬਾਅਦ ਜਦੋਂ ਪਰਚਾ ਹੋਇਆ ਉਦੋਂ ਉਹਨਾਂ ਨੂੰ ਚੇਤਾ ਆ ਗਿਆ ਵੀ 3 ਲੱਖ ਰੁਪਈਆ ਡਾਕਟਰ ਮੰਗਦਾ ਸੀ। ਉਦੋਂ ਸਾਡੇ ਆ ਪ੍ਰੈਸ ਦੇ 2 ਬੰਦੇ ਪ੍ਰੈਸ ਕਾਨਫਰੰਸ ਕਰ ਦਿੰਦੇ ਆ। ਮੈਂ ਇੱਕ ਗੱਲ ਕਹਿਣਾ ਵੀ ਇਹੋ ਜਿਹੇ ਬੰਦਿਆਂ ਦੀ ਨਹੀਂ ਸਪੋਰਟ ਕਰਨੀ ਚਾਹੀਦੀ, ਨੈਤਿਕਤਾ ਵੀ ਜਿੰਦਾ ਰਹਿਣੀ ਚਾਹੀਦੀ ਆ, ਅਖਲਾਕ ਜਿੰਦਾ ਰਹਿਣਾ ਚਾਹੀਦਾ ਸਾਡਾ, ਵੀ ਯਾਰ ਜਿਹੜਾ ਸਹੀ ਬੰਦਾ ਆ ਕਿਉਂ ਉਹਦੇ ਖਿਲਾਫ ਇਦਾਂ ਦੀ ਮੈਨੀਪੂਲੇਸ਼ਨ ਹੋਵੇ। ਸੋ ਮੈਂ ਇਹ ਕਹਿਣਾ ਵੀ ਕਾਰਵਾਈ ਜਦੋਂ ਇੱਕ ਬੰਦੇ ਦੇ ਖਿਲਾਫ ਕਾਰਵਾਈ ਸਖਤ ਹੋਊਗੀ ਨਾ, ਜਲਦੀ ਹੋਊਗੀ, ਓਬਵੀਅਸਲੀ ਇਹ ਮਾਹੌਲ ਹਟ ਜਾਊਗਾ। ਸੁਖਾਵੇਂ ਮਾਹੌਲ 'ਚ ਆਪਾਂ ਸੈਂਪਲਿੰਗ ਕਰਾਂਗੇ। ਮੇਰਾ ਸਾਰਾ ਪੰਜਾਬ ਦਾ ਜਿਹੜੀ ਟੀਮ ਹੈ ਨਾ, ਸੁਖਾਵੇਂ ਮਾਹੌਲ 'ਚ ਹੋਊਗੀ ਔਰ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋਊਗਾ। कोई शक की कोई गुंजाइश नहीं हैगी। फिर द स्टेलर न्यूज़ के लिए हरपाल लाडा के साथ कैमरामैन जितेंद्र प्रिंस की रिपोर्ट।